ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਰਬਾਬ ਦੀਆਂ ਸੁਰਾਂ ਦੇ ਨਾਲ ਸੁਲਾਂ ਮੇਲ ਕੇ ਰੱਬੀ ਬਾਣੀ ਨੂੰ, ਇਲਾਹੀ ਬਾਣੀ ਨੂੰ ਗਾਇਆ ਤੇ ਕਵੀ ਸੰਤੋਖ ਸਿੰਘ ਆਪਣੇ ਸ਼ਬਦਾਂ 'ਚ ਲਿਖਦੇ ਨੇ ਕਿ ਉਸ ਗਾਇਨ ਨੂੰ ਸੁਣ ਕੇ ਹਵਾ ਵੀ ਰੁਕ ਗਈ। ਕੀਰਤਨ ਦਰਬਾਰ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਸਾਰੀ ਦੁਨੀਆ 'ਚ ਹੀ ਕਰਾ ਰਹੀਆਂ, ਜਗ੍ਹਾ ਜਗ੍ਹਾ ਹੋ ਰਹੇ ਨੇ। ਪਰ ਇਸ ਅਸਥਾਨ ਦੇ ਉੱਤੇ ਜਿਹੜਾ ਸੰਗੀਤ ਸੰਮੇਲਨ ਹੁੰਦਾ ਹੈ, ਇਹ ਆਪਣੀ ਇੱਕ ਵੱਖਰੀ ਵਿਲੱਖਣਤਾ ਰੱਖਦਾ ਹੈ। ਕੌਮ ਦੇ ਰਾਗੀ ਜਥੇ ਨੇ, ਉਹਨਾਂ ਨੂੰ ਵੀ ਇਹੋ ਬੇਨਤੀ ਕਰਦੇ ਹਾਂ ਕਿ ਇਹ ਸਾਡੀ ਵਿਰਾਸਤ ਹੈ। ਰਾਗਬੱਧ ਕੀਰਤਨ ਪਰੰਪਰਾ ਸਾਡੀ ਵਿਰਾਸਤ ਹੈ ਔਰ ਇਸ ਵਿਰਾਸਤ ਦਾ ਪੱਲਾ ਜਿਹੜਾ ਹੈ ਉਹ ਸਾਨੂੰ ਕਦੇ ਛੱਡਣਾ ਨਹੀਂ ਚਾਹੀਦਾ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਾਰਾ ਸਿੱਖ ਜਗਤ ਦੀਨ ਦੁਨੀਆ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ, ਉੱਥੇ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 28ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ। ਬੜੀ ਖੁਸ਼ੀ ਹੋਈ ਕਿ ਇਸ ਅਸਥਾਨ ਦੇ ਉੱਤੇ ਨਾ ਸਿਰਫ ਇਸ ਸਮਾਗਮ ਦੇ ਵਿੱਚ ਹੀ ਰਾਗੀ ਜਥਿਆਂ ਵੱਲੋਂ ਰਾਗਬੱਧ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕੀਤਾ ਗਿਆ ਹੈ ਜਾਂ ਜਾਂਦਾ ਹੈ, ਬਲਕਿ ਇਸ ਅਸਥਾਨ ਤੋਂ ਰਾਗਬੱਧ ਤੰਤੀ ਸਾਜ਼ਾਂ ਨੂੰ ਕੀਰਤਨ ਕਰਨ ਦੇ ਲਈ ਬਹੁਤ ਵੱਡਾ ਜਿਹੜਾ ਹੈ ਉਹ ਪ੍ਰਮੋਟ ਵੀ ਕੀਤਾ ਜਾਂਦਾ ਹੈ ਔਰ ਇਹ ਪੰਥ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ, ਕਿਉਂਕਿ ਇਹ ਜਿਹੜੀ ਵੰਨਗੀ ਹੈ ਰਾਗ ਆਧਾਰਿਤ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ, ਇਹ ਸਾਡੀ ਅਮੋਲਕ ਵਿਰਾਸਤ ਹੈ ਜਿਸ ਨੂੰ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਕਾਸ਼ਿਤ ਕੀਤਾ ਇਸ ਸੰਸਾਰ ਦੇ ਅੰਦਰ। ਇਲਾਹੀ ਬਾਣੀ, ਰੱਬੀ ਬਾਣੀ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਰਾਹੀਂ ਇਸ ਜਗਤ ਵਿੱਚ, ਇਸ ਸੰਸਾਰ ਵਿੱਚ ਪ੍ਰਕਾਸ਼ਿਤ ਹੋਈ, ਉਸ ਨੂੰ ਨਾਲੋਂ ਨਾਲ ਹੀ ਭਾਈ ਮਰਦਾਨਾ ਜੀ ਦੁਆਰਾ ਬਜਾਈ ਰਬਾਬ ਦੀਆਂ ਸੁਰਾਂ ਦੇ ਨਾਲ ਮੇਲ ਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਗਾਇਆ। ਸ੍ਰੀ ਨਾਨਕ ਪ੍ਰਕਾਸ਼ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ, ਉਹਦੇ ਵਿੱਚ ਉਹਨਾਂ ਨੇ ਬੜੀ ਖੂਬਸੂਰਤ ਇਤਿਹਾਸਕ ਤਸਵੀਰ ਚਿਤਰੀ ਹੈ ਕਿ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਪਾਤਸ਼ਾਹ ਵੀਰਾਨੇ ਦੇ ਵਿੱਚ ਬੈਠੇ ਭਾਈ ਮਰਦਾਨਾ ਜੀ ਨੂੰ ਰਬਾਬ ਲਿਆਉਣ ਵਾਸਤੇ ਭੇਜਿਆ। ਭਾਈ ਮਰਦਾਨਾ ਜੀ ਅਦੁੱਤੀ ਰਬਾਬ ਲੈ ਕੇ ਆਏ ਤੇ ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਰਬਾਬ ਦੀਆਂ ਸੁਰਾਂ ਦੇ ਨਾਲ ਸੁਲਾਂ ਮੇਲ ਕੇ ਰੱਬੀ ਬਾਣੀ ਨੂੰ, ਇਲਾਹੀ ਬਾਣੀ ਨੂੰ ਗਾਇਆ ਤੇ ਕਵੀ ਸੰਤੋਖ ਸਿੰਘ ਆਪਣੇ ਸ਼ਬਦਾਂ 'ਚ ਲਿਖਦੇ ਨੇ ਕਿ ਉਸ ਗਾਇਨ ਨੂੰ ਸੁਣ ਕੇ
हवा भी रुक गई। उस जंगल के जिन्ने जानवर सन सारे दे सारे गुरु नानक साहिब सच्चे पातशाह जिथे बराजे सन उथे आके खड़ो गए। दरख्तां तो पंछियां की चहचहाट जिहड़ी सी बंद हो गई। इथों तक कि दरख्तां दे पत्ते जिहड़े सी वो हिलणों भी बंद हो गए। इन्हां उस रब्बी बाणी ने, इलाही बाणी ने विस्माद पैदा किया, ऐसा विस्माद पैदा किया, ऐसा विस्माद पैदा किया जो अज तक बाद दस्तूर जारी है। सचखंड श्री हरमंदर साहब जी के अंदर राग आधारित जो साडी विरासती शैली है कीर्तन करन दी और तंती साजां दे नाल करन दी, इनू भी अज प्रमुखता दे नाल मुड़ दृढ़ता दे नाल सुरजीत करन दी बहुत वड्डी जरूरत है। और मैं संत बाबा अमीर सिंह जी का इस गल्लों बहुत बहुत शुक्रिया अदा करदा, धन्नवाद करदा कि इस स्थान तो राग आधारित कीर्तन परंपरा नूं वो प्रमोट कर रहे हैं और सारे संसार दे विच जो साडी धरोहर है, जो साडी विरासत है, उन्होंने मुड़ नवें सिरों सुरजीत करने का यत्न कर रहे हैं। ये एक सलांघायोग उपराला है और ये पंथ नूं बहुत वड्डी देन है। साध संगत जी, ये कोई छोटी मोटी देन नहीं है। कीर्तन दरबार सिख जथेबंदियां, सिख संस्थावां सारी दुनिया च ही करा रही हैं, जगह जगह हो रहे हैं। पर इस स्थान के उत्ते जिहड़ा संगीत सम्मेलन होंदा है, ये अपनी एक वक्री विलक्षणता रखता है, वक्री विलक्षणता रखता है। ये आम कीर्तन दरबारां की तरज के उत्ते ये गुरमत संगीत सम्मेलन हर साल नहीं होंदा, इसकी अपनी एक विलक्षणता है। और इसी विलक्षणता करके मैं बार बार बाबा अमीर सिंह जी का धन्नवाद करता है। और नाल ही नाल जो साडी कौम दे रागी जथे ने, उन्होंने भी यहो बेनती करते हैं कि ये साडी विरासत है, रागबद्ध कीर्तन परंपरा साडी विरासत है और इस विरासत का पल्ला जिहड़ा है वो सानू कदे छड्डना नहीं चाहिए, इनू घुट के फड़ना चाहिए है। अज साडी ये जिहड़ी विरासत है शानमती मानमती, ये धुंधली पैंदी जा रही है। फिल्मी तर्जां दे उत्ते शब्द गायन की जिहड़ी विधि प्रचलित हो रही है उहदे नाल धुंधली पैंदी जा रही है और धुंध हटाउण की जरूरत है, ताकि जिस ढंग दे नाल गुरु काल दे विच गुरु साहिबाना वालों या गुरु काल तो बाद सिख इतिहास के अंदर पुरातन गुरसिखां वालों कीर्तन नूं गाया, बाणी नूं गाया, उस तरह हमेशा जुगां जुगां तक सिख जिहड़े है बाणी गाउंदे रहन। इहो ही अकाल पुरख दे अगे अरदास है। अंत दे विच मंच दे उत्ते बहुत शख्सियतां बराजमान है। मैं बाबा जी का फिर धन्नवाद, आप सारी संगत का धन्नवाद करदा। वाहिगुरू जी का खालसा, वाहिगुरू जी की फतेह।